अस्सलाम वालेकुम, सत श्री अकाल, प्रणाम। एक ही पिंड पंजाब ਦਾ ਚੈਨਲ ਦੀ ਟੀਮ ਪਹੁੰਚੀ ਹੈ ਜੀ ਅੱਜ ਲਾਇਲਪੁਰ ਫੈਸਲਾਬਾਦ ਜੀ, ਜਿੱਥੇ ਸਾਡੀ ਇੱਕ ਅੰਮਾ ਜੀ ਹੁਣਾਂ ਨਾਲ ਮੁਲਾਕਾਤ ਆ, ਜਿਹੜਾ ਕਿ ਜਲੰਧਰ ਸ਼ਹਿਰ ਦੇ ਵਿੱਚੋਂ ਉੱਠ ਕੇ ਆਏ ਆ। ਬਾਕੀ ਗੱਲਾਂ ਆਪਾਂ ਇਹਨਾਂ ਕੋਲ ਪੁੱਛਦੇ ਹਾਂ, ਜਦੋਂ ਇਹ ਉੱਠ ਕੇ ਆਏ ਸੀ ਇਹਨਾਂ ਦੀ ਉਮਰ ਕਿੰਨੀ ਸੀ ਤੇ ਇਹ ਜਲੰਧਰ ਦੇ ਕਿਹੜੇ ਏਰੀਆ 'ਚ ਰਹਿੰਦੇ ਜੀ। अस्सलाम वालेकुम ਮਾਂ ਜੀ। वालेकुम अस्सलाम। ਮਾਂ ਜੀ ਆਪਣਾ ਨਾਂ ਕੀ ਪਹਿਲੇ ਦੱਸਿਓ। मेरा बशीरा बीबी। ਅੱਛਾ ਜੀ। हाँ जी। ਤੇ ਆਪਣੀ ਜੱਟ ਬਰਾਦਰੀ ਆ? ਅਸੀਂ हाँ जी जट बरादरी हाँ। साडा जट्टां वाले खूह ते सीगा। ਅੱਛਾ ਜੀ। जट्टां वाला खूह मशहूर सीगा। ਉਹਦੇ ਤੇ नकोदर वाली सड़क ते। हाँ जी। साडियां ਜ਼ਮੀਨਾਂ साडा खूह नाल ही सीगा शहर दे। ਸ਼ਹਿਰ ਦੇ ਨਾਲ ਹੀ ਸੀ। नाल ही सी बिल्कुल। हाँ जी। ਤਾਂ ਕਿੰਨੀ ਕੁ ਉਮਰ ਸੀ ਆਪਣੀ ਉਦੋਂ? ਉਦੋਂ ਮੇਰੀ 8 ਹੋਊਗੀ ਜਾਂ 9 ਹੋ ਜਾਂ 7 ਹੋ, ਇੰਨੀ ਕੁ ਹੋ। ਕੋਈ ਗੱਲਾਂ ਬਾਤਾਂ ਯਾਦ ਆ ਉਹਦੀਆਂ? ਇਹ ਯਾਦ ਹੀ ਹੈ ਤੇ ਮੈਂ ਦੱਸ ਰਹੀ ਹਾਂ ਨਾ, ਜਿਹੜੀਆਂ ਯਾਦ ਆ ਮੈਨੂੰ। ਜਿੱਥੇ ਜਿੱਥੇ ਮੇਰਾ ਮੈਂ ਖੂਹ ਤੇ ਜਾਂਦੀ ਸੀ, ਮੈਂ ਘਰ ਆਉਂਦੀ ਸੀ, ਮੈਂ ਰੋਟੀ ਲੈ ਕੇ ਜਾਂਦੀ ਸੀ। ਅੱਛਾ ਜੀ। ਹਾਂਜੀ। ਸਾਨੂੰ ਗੱਲਾਂ ਬਾਤਾਂ ਸੁਣਾਓ ਉੱਥੋਂ ਦੀਆਂ। ਮੈਂ ਉੱਥੇ ਦੀਆਂ ਸਾਡੀਆਂ ਨਾ, ਸਾਡਾ ਖੂਹ ਚੱਲਦਾ ਹੁੰਦਾ ਸੀ ਤੇ ਉਹ ਸਾਡੇ ਵੱਡੇ ਸਾਡੇ ਬਜ਼ੁਰਗ ਜਿਹੜੇ ਸੀ ਉਹ ਰੱਖਦੇ ਹੁੰਦੇ ਸੀ ਆਪਣੀ ਜ਼ਿਮੀਂਦਾਰਾ, ਖੇਤੀਬਾੜੀ ਆਪਣੀ ਕਰਦੇ ਸੀ, ਆਪਣੀਆਂ ਜ਼ਮੀਨਾਂ ਸੀ ਸਾਡੀਆਂ। ਉਹ ਫਿਰ ਆਪਣੇ ਜਦੋਂ ਅਸੀਂ ਆਏ ਆ ਤੇ ਸਾਡੇ ਕੋਲ ਜਿਹੜੇ ਜਾਨਵਰ ਸੀ ਅਸੀਂ ਫਿਰ ਉਹਦਾ ਭਰਿਆ ਚਲਾ ਪਾਣੀ ਵਾਲਾ ਖੂਹ ਚੱਲਦਾ ਜਿਹੜਾ ਹੁੰਦਾ ਸੀ। ਅਸੀਂ ਕਿਹਾ ਅਸੀਂ ਰੌਲਾ ਪੈ ਗਿਆ, ਅਸੀਂ ਉੱਥੇ ਜਾਣਾ ਵਾ ਨਾਨਕਿਆਂ ਦੇ। ਸਾਡਾ ਉਹ ਸੀਗਾ ਸਦੀਕਪੁਰ। ਇਹ ਕਿਹੜੇ ਏਰੀਆ 'ਚ ਆ ਜਾਂਦਾ? ਇਹ ਜ਼ਰਾ ਬਾਹਰ ਹਟਵਾ ਜਲੰਧਰ 'ਚ ਹੀ ਆ। ਹੈ ਜਲੰਧਰ 'ਚ। ਬਸਤੀਆਂ ਸੀ, ਗੁੱਜਰ ਬਸ ਇੱਦਾਂ ਬਸਤੀਆਂ ਸੀ, ਪਤਾ ਨਹੀਂ 5 ਜਾਂ 4 ਗਿਣਦੇ ਹੁੰਦੇ ਸੀ। ਠੀਕ ਹੈ ਜੀ। ਉੱਥੇ ਅਸੀਂ ਮੇਲਾ ਲੱਗਦਾ, ਮੇਰੇ ਅੱਬਾ ਜੀ ਮੈਨੂੰ ਕੰਧਿਆਂ ਤੇ ਬਿਠਾ ਕੇ ਲਿਜਾਂਦੇ ਹੁੰਦੇ ਸੀ। ਹਾਂਜੀ। ਤੇ ਮੇਲਾ ਲੱਗਦਾ ਸੀ, ਅਸੀਂ ਦੇਖ ਕੇ ਆਉਂਦੇ ਸੀ। ਫਿਰ ਜੇ ਮੈਂ ਉੱਥੇ ਪੜ੍ਹਦੀ ਸੀ ਆਪਣੇ ਘਰ। ਉਹ ਜਿਹੜਾ ਮੇਲਾ ਲੱਗਦਾ ਸੀ ਉਹ ਪਤਾ ਕਿ ਕਿਹੜੇ ਬਾਬੇ ਦਾ ਲੱਗਦਾ ਸੀ? ਇਹ ਬਾਬਿਆਂ ਦਾ ਨਹੀਂ ਮੈਨੂੰ ਉਦੋਂ ਇੰਨਾ ਇਲਮ ਨਹੀਂ, ਉਦੋਂ ਨਹੀਂ ਸੀ ਇੰਨਾ ਪਤਾ। ਬਸ ਈਦ ਲੱਗਣੀ, ਮੇਲਾ ਲੱਗਣਾ ਜਿਹੜਾ, ਉਹ ਫਿਰ ਮੈਨੂੰ ਮੇਰੇ ਅੱਬਾ ਜੀ ਨੇ ਮੈਨੂੰ ਕੰਧਿਆਂ ਤੇ ਬਿਠਾ ਕੇ ਲਿਜਾਣਾ। ਆਪਣੇ ਬਜ਼ੁਰਗਾਂ ਦਾ, ਦਾਦੇ ਦਾ ਇਹ ਨਾਂ ਦੱਸੋ ਇੱਕ ਵਾਰੀ। ਤੁਹਾਡੇ ਅੱਬਾ ਜੀ ਦਾ? ਮੇਰੇ ਅੱਬਾ ਜੀ ਦਾ ਨਾਮ, ਅੱਛਾ ਜੀ, ਉਹਨਾਂ ਦਾ ਸੀਗਾ ਮੁਹੰਮਦ ਬਖਸ਼। ਮੇਰੇ ਤਾਇਆ ਜੀ ਦਾ ਨਾਂ ਸੀ ਪੀਰ ਬਖਸ਼। ਹਾਂਜੀ। ਹਾਂਜੀ। ਮੇਰਾ ਭਾਈ ਇੱਕ ਫੌਤ ਹੋ ਗਿਆ, ਮੇਰੇ ਨਾਲ ਹੀ ਇੱਥੇ ਸਾਹਮਣੇ ਰਹਿੰਦਾ ਵਾ ਹੁਣ। ਤੇ ਉਹ ਮੇਰੇ ਤੋਂ, ਮੈਂ ਉਹ ਤੋਂ ਛੋਟੀ ਹਾਂ। ਅਸੀਂ 5 ਭੈਣਾਂ ਸੀ, 3 ਭਰਾ ਸੀ। ਹਾਂਜੀ। ਤੇ ਹਾਂਜੀ। ਆਪਣੀ ਗੋਤ ਕੀ ਸੀਗੀ? ਮਾਣ ਕਹਿੰਦੇ ਹੁੰਦੇ ਆ। ਉਦੋਂ ਨਹੀਂ ਸੀ ਪਤਾ, ਇੱਥੇ ਗੱਲਾਂ ਫਿਰ ਸੁਣਦੇ ਹੁੰਦੇ ਤਾਂ ਫਿਰ ਮਾਣ ਕਹਿੰਦੇ ਸੀ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਸਦੀਕੋਟ ਅਸੀਂ ਚਲੇ ਗਏ ਆਪਣੇ ਨਾਨਕਿਆਂ ਦੇ। ਜਿਸ ਵੇਲੇ ਰੌਲਾ ਪਿਆ, ਕਹਿੰਦੇ ਭਈ ਰੌਲਾ ਠੰਡਾ ਹੋ ਜਾਓ, ਉੱਥੇ ਚਲੇ ਜਾਈਏ, ਫਿਰ ਮੁੜ ਆਵਾਂਗੇ। ਮੁੜ ਤਾਂ ਨਾ ਹੋਇਆ। ਉਹ ਚਲਾ ਜਿਹੜਾ ਭਰਿਆ ਸੀ ਨਾ ਪਾਣੀ ਦਾ, ਪਸ਼ੂਆਂ ਦੇ, ਜਾਨਵਰਾਂ ਦੇ ਖੋਲ ਦਿੱਤੇ, ਗਾਈਆਂ ਮਈਆਂ ਦੇ, ਬਲਦਾਂ ਦੇ ਆਪਣੇ ਰੱਸੇ ਖੋਲ ਦਿੱਤੇ ਨਾ, ਵੀ ਆਪੇ ਹੀ ਇਹ ਖੇਤਾਂ 'ਚੋਂ ਖਾਣਗੇ ਤਾਂ ਪਾਣੀ ਪੀਣਗੇ। ਹਾਂਜੀ। ਇੰਨਾ ਮੈਨੂੰ ਯਾਦ ਆ। ਫਿਰ ਮੇਰੇ ਤਾਇਆ ਜੀ ਨੇ ਨਾਲ ਕਣਕ ਵੀ ਰੱਖ ਲਈ, ਸਮਾਨ ਵੀ ਥੋੜ੍ਹਾ ਜਿਹੜਾ ਰੱਖ ਲਿਆ, ਕੋਈ ਪਤਾ ਨਹੀਂ। ਤੇ ਉਹ ਸਾਡੇ ਕੋਲ ਸਮਾਨ ਵੀ ਸੀਗਾ, ਕਣਕ ਵੀ ਸੀਗੀ। ਉਹ ਫਿਰ ਜਿਸ ਵੇਲੇ ਇੱਧਰ ਨੂੰ ਤੁਰ ਪਏ ਆ ਨਾ ਸਫ਼ਰ 'ਚ, ਉੱਥੇ ਫਿਰ ਅਸੀਂ ਰਾਹ ਵਿੱਚ ਦੇਖਿਆ ਸਾਰੇ ਸੁੱਤੇ ਪਏ। ਉੱਥੇ ਅਸੀਂ ਪੜਾਅ ਕੀਤਾ, ਕਿਸੇ ਪਿੱਛੋਂ ਪੁਲਿਸ ਨੇ ਆ ਕੇ ਦੱਸ ਦਿੱਤਾ ਭਈ ਇੱਥੇ ਪਾਣੀ ਨਾ ਪੀ ਲਈਓ। ਆਹ ਦੇਖੋ ਸਾਡੇ ਨਾਲ ਪੁਲਿਸ ਆ ਰਹੀ ਸੀਗੀ। ਹਾਂਜੀ। ਮੇਰੇ ਤਾਇਆ ਜੀ ਗੱਡਾ ਚਲਾਉਂਦੇ ਸੀ, ਮੇਰੇ ਅੱਬਾ ਜੀ ਆਪਣੇ ਨਾਲ ਪੈਦਲ ਧੱਕਾ ਧੁੱਕਾ ਲਾਉਂਦੇ ਸੀ ਟੋਇਆਂ ਟਾਇਆਂ 'ਚੋਂ। ਉਹ ਸਫ਼ਰ ਕਰਦੇ ਤੇ ਉੱਥੇ ਸਭ ਦੁਨੀਆ ਜਿੱਦਾਂ ਸਾਡੇ ਅਸੀਂ ਠਹਿਰਨਾ ਸੀ ਥੱਕ ਕੇ ਜਾਨਵਰਾਂ ਨੂੰ, ਤਾਂ ਫਿਰ ਉੱਠਾ ਕਰਦੇ ਸੀ। ਤੇ ਉਹ ਫਿਰ ਉਹ ਉੱਥੇ ਸਾਰੀ ਦੁਨੀਆ ਜਿਹੜੀ ਨਾ ਸੁੱਤੀ ਪਈ। ਹਾਂਜੀ। ਤਾਂ ਉਹਨਾਂ ਨੇ ਕਿਹਾ ਵੀ ਇੱਥੇ ਠਹਿਰਨਾ, ਉਸੇ ਫਿਰ ਤੁਰ ਪਏ। ਤੇ ਨਾਲੇ ਪਾਣੀ, ਉਹ ਕਹਿੰਦੇ ਇਹਨਾਂ ਨੇ ਪਾਣੀ ਨਾ ਜੀ, ਉਹਨਾਂ ਨੇ ਮਨਾ ਪੁਲਿਸ ਨੇ ਕੀਤਾ, ਪਤਾ ਨਹੀਂ ਕਿਹਨੇ ਕੀਤਾ ਹੋਊਗਾ।
ਜਾਂ ਆਪਣਿਆਂ ਚੋਂ ਕਿਸੇ ਕਾਫਲੇ ਨੇ ਕੀਤਾ ਹੋਊਗਾ, ਪਤਾ ਥਾ ਵੀ ਇੱਥੇ ਠਹਿਰਨਾ ਨਹੀਂ। ਉੱਥੇ ਫਿਰ ਠਹਿਰੇ ਥੋੜ੍ਹੀ ਦੇਰ, ਉੱਥੋਂ ਫਿਰ ਤੁਰ ਪਏ। ਹਾਂਜੀ, ਤੇ ਉੱਥੇ ਚੱਕੀ ਪਈ ਸੀ, ਚੱਕੀ ਪਈ ਸੀ, ਉਹਦਾ ਸਾਰੇ ਸੌਂ ਗਏ, ਫੌਤ ਹੋ ਗਏ। ਤੇ ਉਹ ਆਪਣੇ ਅਸੀਂ ਚੱਕੀ ਉੱਥੋਂ ਫਿਰ ਚੁੱਕ ਲਈ, ਗੱਡੇ 'ਚ ਹੀ ਰੱਖ ਲਈ। ਹਾਂਜੀ, ਆਟਾ ਪੀਣ ਵਾਲੀ ਹੱਥ ਦੀ। ਤੇ ਉਹ ਫਿਰ ਅਸੀਂ, ਹਾਂਜੀ, ਤੇ ਫਿਰ ਅਸੀਂ ਉਹ ਕਣਕ ਦੀ ਜਿਹੜੀ ਸੀਗੀ, ਅਸੀਂ ਫਿਰ ਉਹ ਜਾਨਵਰਾਂ ਨੂੰ ਸਫ਼ਰ ਦੇ ਵਿੱਚ ਨਾ ਜਿੱਥੇ ਫੇਰ ਠਹਿਰੇ ਉੱਥੇ ਅਸੀਂ ਦਲ ਕੇ ਉਹ ਜਾਨਵਰਾਂ ਨੂੰ ਖਿਲਾਵਈਏ। ਹਾਂਜੀ, ਫਿਰ ਉਹ ਸਾਡੇ ਮੇਰੇ ਅੱਬਾ ਜੀ ਨੇ ਐਂ ਤਰਪੈਲ ਪਾਈ ਹੋਈ ਸੀ, ਸਾਨੂੰ ਥੱਲੇ ਬਿਠਾਇਆ ਸੀ। 2 ਭੈਣਾਂ ਮੇਰੀਆਂ ਛੋਟੀਆਂ ਵੀ ਸੀ, ਭਰਾ ਵੀ ਸੀ ਇੱਕ ਛੋਟਾ, ਛੋਟੇ ਛੋਟੇ ਸੀ ਮੇਰੇ ਤੋਂ ਛੋਟੇ। ਤੇ ਉਹ ਸਾਨੂੰ ਫਿਰ ਜਿਹੜੀ ਕੋ ਸੁੱਕੀ ਸੱਕੀ ਦਾਣੇ ਦੂਣੇ ਸਾਨੂੰ ਪਾਣੀ ਦੇਣਾ, ਦਾਣੇ ਚੱਬ ਲੈਣੇ, ਇੱਦਾਂ ਅਸੀਂ ਸਫ਼ਰ ਕੀਤਾ ਸੀ। ਹਾਂਜੀ, ਸਫ਼ਰ ਕੀਤਾ, ਸਫ਼ਰ ਕੀਤਾ। ਐਦਾਂ ਮੂੰਹ ਸਿਰ ਲਪੇਟਿਆ ਸੀ ਜਿੱਦਾਂ ਹੁਣ ਲਪੇਟਦੇ ਆ, ਤੇ ਗੱਡਾ ਚਲਾਉਂਦੇ ਸੀ। ਤੇ ਸਾਨੂੰ ਸਾਰੇ ਤਰਪੈਲ ਥੱਲੇ ਕੀਤਾ ਸੀ, ਲੁਕੋਇਆ ਸੀ। ਉੱਤੇ ਮੰਜੀਆਂ ਡਾਹੀਆਂ ਸੀ, ਥੱਲੇ ਪੇਟੀ ਰੱਖੀ ਹੋਈ, ਉੱਤੇ ਸਾਨੂੰ ਉਹਦੇ ਥੱਲੇ ਬਿਠਾਇਆ ਸੀ। ਫਿਰ ਇੱਦਾਂ ਗੋਲੀ ਚੱਲਦੀ ਸੀ। ਡਰ ਤਾਂ ਬਹੁਤ ਲੱਗਦਾ ਹੋਣਾ ਜਦੋਂ ਗੋਲੀ ਚੱਲਦੀ ਸੀ ਜਾਂ ਬੰਦੇ ਇੱਧਰ ਉੱਧਰ ਮਰੇ ਦੇਖਦੇ ਸੀਗੇ। ਹਾਂ, ਉੱਥੇ ਡਰ ਲੱਗਿਆ। ਬਾਕੀ ਇਹਨਾਂ ਸਾਨੂੰ ਘਰ ਵਿੱਚ ਜਿਹੜਾ ਅਸੀਂ ਨਿਕਲ ਤੁਰੇ, ਸਾਨੂੰ ਉੱਥੇ ਦਾ ਨਹੀਂ। ਅਸੀਂ ਖੂਹ 'ਤੇ ਆਏ, ਖੂਹ 'ਤੇ ਕਿਹਾ ਰਹਿ ਜਾਈਏ, ਖੂਹ 'ਤੇ ਵੀ ਨਾ ਟਿਕਾਣਾ, ਫਿਰ ਇੱਥੋਂ ਵੀ ਨਿਕਲੋ। ਇੱਥੋਂ ਵੀ ਨਿਕਲੇ ਤਾਂ ਫਿਰ ਅਸੀਂ ਸਫ਼ਰ 'ਚ ਪੈ ਗਿਆ। ਫਿਰ ਅਸੀਂ ਲਾਹੌਰ ਬਾਗੇ ਠਹਿਰੇ। ਉੱਥੇ ਠਹਿਰ ਕੇ ਅਸੀਂ ਉੱਥੇ ਤੰਬੂ ਇੱਦਾਂ ਹੀ ਆਪਣੀ ਤਰਪੈਲ ਲਾ ਕੇ ਥੱਲੇ ਬਹਿ ਗਿਆ। ਕੁਛ ਗੱਡੇ ਥੱਲੇ ਬਹਿ ਜਾਣਾ ਬੱਚਿਆਂ ਨੇ, ਤੇ ਉੱਥੋਂ ਜਿੱਦਾਂ ਦਾ ਅਸੀਂ ਆਪਣਾ ਫਿਰ ਖਿਲਾਉਂਦੇ ਪਿਲਾਉਂਦੇ ਅਸੀਂ ਬੱਚਿਆਂ ਨੂੰ। ਇੱਥੇ ਠਹਿਰ ਕੇ ਫਿਰ ਅਸੀਂ ਆਪਣੇ ਕਹਿੰਦੇ ਜਿਹੜੇ ਜ਼ਮੀਨਾਂ ਵਾਲੇ ਉਹ ਚਲੇ ਜਾਣ, ਉਹਨਾਂ ਨੂੰ ਜਾਣਾ ਪਿਆ ਸੀ। ਆ ਗੋਜਰੇ ਦੇ ਕੋਲ ਸੀ ਤਲਾਵਾ। ਹਾਂਜੀ, ਅਸੀਂ ਉੱਥੇ 2-3 ਸਾਲ ਰਹੇ। ਸਾਨੂੰ ਜ਼ਮੀਨ ਪੈ ਗਈ, ਕਹਿੰਦੇ ਤੁਹਾਡਾ ਉੱਥੇ ਨੰਬਰ ਆ, ਉੱਥੇ ਚਲੇ ਗਏ। ਸਾਡੇ ਨਾਲ ਹੋਰ ਵੀ ਰਾਈ ਸੀਗੇ, ਉਹਨਾਂ ਦਾ ਵੀ ਗੱਡਾ 2-3 ਗੱਡੇ ਉੱਥੇ ਚਲੇ ਗਿਆ ਬੱਚਿਆਂ ਨੂੰ ਲੈ ਕੇ। ਉੱਥੇ ਫਿਰ ਅਸੀਂ ਕੋਈ 2-3 ਸਾਲ ਰਹੇ ਹੋਵਾਂਗੇ। ਤਾਂ ਹਾਂਜੀ, ਫਿਰ ਬੱਚੇ ਵੀ ਪੜ੍ਹਦੇ ਆਏ ਨਹੀਂ ਸੀ ਉੱਥੇ ਪੜ੍ਹਾਈ ਦਾ ਸਿਲਸਿਲਾ। ਇੱਥੇ ਫਿਰ ਫੈਸਲਾਬਾਦ ਆ ਗਿਆ। ਹਾਂਜੀ, ਲੈਲਪੁਰ ਫੈਸਲਾਬਾਦ ਆ ਕੇ ਉੱਥੇ ਬਸ ਕੋਈ ਕੰਮ ਤਾਂ ਨਹੀਂ ਸੀ ਕਰਨ ਵਾਲੇ, ਕੁਛ ਪੜ੍ਹਿਆ ਪੜ੍ਹਾਉਂਦੇ ਬੱਚੇ, ਫਿਰ ਸਾਰਾ ਸਿਆਣੇ ਹੋਏ। ਤਾਂ ਮਾਂ ਜੀ, ਜਦੋਂ ਆਪਾਂ ਉੱਥੇ ਰਹਿੰਦੇ ਹੁੰਦੇ ਸੀਗੇ, ਤੁਸੀਂ ਦੱਸਿਆ ਵੀ 8 ਸਾਲ 9 ਸਾਲ ਦੀ ਉਮਰ ਸੀਗੀ, ਆਪਣੇ ਆਲੇ ਦੁਆਲੇ ਸਾਰੇ ਮੁਸਲਮਾਨਾਂ ਦੇ ਘਰ ਸੀ ਜਾਂ ਹਿੰਦੂਆਂ ਸਿੱਖਾਂ ਦੇ ਵੀ ਹੈਗੇ ਸੀ? ਨਾ ਜੀ, ਨਹੀਂ, ਸਾਰੇ ਮੁਸਲਮਾਨ। ਸਾਡੇ ਕਾਦੇ ਸ਼ਾਹ ਦਾ ਚੌਂਕ ਸੀਗਾ, ਨਾਲ ਮੁਖਤੀਆਂ ਦਾ ਚੌਂਕ ਸੀ, ਜਿਹਦੇ ਵਿੱਚ ਅਸੀਂ ਰਹਿੰਦੇ ਸੀ। ਹਾਂਜੀ, ਤੇ ਉੱਥੇ ਰਹਿੰਦੇ। ਆਪਣੀਆਂ ਰਿਸ਼ਤੇਦਾਰੀਆਂ ਕਿਹੜੇ ਕਿਹੜੇ ਪਿੰਡਾਂ 'ਚ ਸੀਗੀਆਂ? ਰਿਸ਼ਤੇਦਾਰੀਆਂ ਦਾ ਮੈਨੂੰ ਆਪਣੇ ਨਾਨਕਿਆਂ ਦਾ ਪਤਾ, ਉਹ ਸਦੀਕ ਦਾ ਕੋਟ। ਹਾਂਜੀ, ਉਹ ਮੇਰੀ ਨਾਨੀ ਵੀ ਆਉਂਦੀ ਸੀਗੀ, ਤਾਂ ਅਸੀਂ ਵੀ, ਸਾਨੂੰ ਵੀ ਛੋਟੇ ਹੁੰਦੇ ਜਾਂਦੇ ਹੁੰਦੇ ਸੀ ਨਾਨਕਿਆਂ ਦੇ? ਹਾਂਜੀ, ਲੈ ਜਾਣਾ ਉਹਨਾਂ ਨੇ, ਮੇਰੀ ਮਾਂ ਨੇ ਜਾਣਾ। ਤੇ ਫਿਰ ਇੱਦਾਂ ਮਾਂ ਜੀ, ਆਪਣੀ 8-9 ਸਾਲ ਦੀ ਉਮਰ 'ਚ ਉੱਥੇ ਤੁਸੀਂ ਕੋਈ ਵਿਆਹ ਸ਼ਾਦੀ ਦਾ ਵੀ ਤਿਉਹਾਰ ਦੇਖਿਆ? ਹਾਂਜੀ, ਦੱਸੋ ਕਿੱਦਾਂ ਹੁੰਦੇ ਸੀ ਵਿਆਹ ਸ਼ਾਦੀਆਂ? ਵਿਆਹ ਸ਼ਾਦੀ ਮੈਂ ਇੰਨਾ ਦੇਖਿਆ, ਮੇਰੀ ਤਾਈ ਸੀ, ਉਹਦੀਆਂ ਬੇਟੀਆਂ ਦਾ ਸ਼ਾਦੀ ਹੋਈ, ਤੇ ਅਸੀਂ ਉਹਨਾਂ ਦੇ ਗਏ ਢੰਨ 'ਤੇ। ਹਾਂਜੀ, ਢੰਨ 'ਤੇ ਗਏ, ਤੇ ਉਹਨਾਂ ਦੀ ਸ਼ਾਦੀ ਦੇਖੀ। ਸਾਦੀ, ਉਹ ਸਾਦੇ ਰਿਵਾਜ ਦੱਸੋ ਕਿੱਦਾਂ ਦੇ ਸੀਗੇ? ਸਾਦੇ ਰਿਵਾਜ, ਚਾਵਲ ਚਿੱਟੇ ਹੋਣੇ, ਤੇ ਉੱਤੇ, ਹਾਂਜੀ, ਤੇ ਉੱਤੇ ਸ਼ੱਕਰ ਪਾ ਲਓ, ਗੁੜ ਪਾ ਲਓ, ਤੇ ਉਹ ਖਾਂਦੇ ਸੀ। ਮੇਰੀ ਭੈਣ ਵੱਡੀ ਦਾ ਹੱਲਾ ਬਖਸ਼ੇ, ਉਹਦਾ ਹੋਇਆ ਸੀਗਾ ਸ਼ਾਦੀ ਉੱਥੇ। ਉਹਨਾਂ ਨੇ ਇਹਦਾ ਸ਼ੱਕਰ ਨਾਲ ਖੰਡ ਪਾ ਕੇ ਨਾ ਚਾਵਲ ਆਬਾਲੂ ਦਿੱਤੇ ਸੀ, ਉਹਨਾਂ ਨੂੰ ਭੁੰਜੇ ਬੈਠ ਕੇ ਖਿਲਾਇਆ ਆਪਣੀ ਨਾਲ। ਇੱਦਾਂ ਬੈਠ ਕੇ ਚੰਦ ਬੰਦੇ ਹੁੰਦੇ ਸੀ, ਚੰਦ ਬੰਦਿਆਂ ਦੇ ਉਹਨਾਂ ਦਾ ਖਾਣਾ ਹੁੰਦਾ ਸੀ। ਬਾਕੀ ਇੰਨਾ ਮੈਂ ਆਪਣੀ ਭੈਣ ਦਾ ਦੇਖਿਆ। ਆ ਜਦੋਂ ਦਿਨ ਰੱਖ ਕੇ ਆ ਜਾਂਦੇ ਫਿਰ ਗੀਤ ਗੂਤ ਵੀ ਗਾਉਂਦੇ ਹੁੰਦੇ ਸੀ? ਹਾਂਜੀ, ਗੀਤ ਤਾਂ ਗਾਉਂਦੇ ਸੀ। ਇੱਥੇ ਫਿਰ ਆਣ ਕੇ ਬਹੁਤੇ ਸਿਲਸਿਲੇ ਚੱਲ ਪਏ, ਹੁਣ ਤੱਕ ਵਧੀ ਜਾਂਦੇ ਆ। ਹਾਂਜੀ, ਅੱਗੇ ਹੁਣ ਜਿਹੜਾ ਮਹਿੰਦੀ ਦਾ ਫੰਕਸ਼ਨ ਕਰਦੇ, ਇਹਦੇ ਨਾਲੋਂ ਵੀ ਘੱਟ ਰੇਟ ਦੇ ਤਾਂ ਉਦੋਂ ਵਿਆਹ ਹੋ ਜਾਂਦੇ ਹੁੰਦੇ ਸੀ? ਹਾਂਜੀ, ਬਿਲਕੁਲ। ਤੇ ਫਿਰ ਮੇਰੇ
ਉਹ ਜਾਨਵਰ ਛੋਟੇ ਹੁੰਦੇ ਪਾਲਦੇ ਸੀ, ਜਿਹੜੇ ਗਾਈਆਂ ਦੇ ਬੱਚੇ ਉਹ ਪਲ ਜਾਣੇ, ਉਹ ਬੌਲਦ ਬਣ ਜਾਣੇ। ਜਿਸਲੇ ਪਹਿਲੋਂ ਉਹਨਾਂ ਨੂੰ ਇੱਥੇ ਨਹੀਂ ਕੰਮ ਨੂੰ ਨਹੀਂ ਜੋੜਨਾ, ਉਹ ਫਿਰ ਮੈਨੂੰ ਇੰਨਾ ਪਤਾ, ਮੇਰੇ ਅਸੀਂ ਨਾਂ ਲਗਾਏ ਆਪਣੇ ਇਮਾਮ ਨਾਸਰਦੀਨ। ਉੱਥੇ ਫਿਰ ਉਹਨਾਂ ਨੇ ਨਾ ਪਹਿਲੋਂ ਉਹਨਾਂ ਖੂਹ ਜਿਹੜਾ ਸੀ ਉੱਥੇ ਉਹਨਾਂ ਨੂੰ ਜੋੜਨਾ, ਨਾਲੇ ਸਲਾਮ ਤੇ ਨਾਲੇ ਫਿਰ ਉਹ ਜਾਨਵਰਾਂ ਨੂੰ। ਉਹ ਜਾਨਵਰ ਵੱਡਾ ਮੈਨੂੰ ਇੰਨਾ ਵੀ ਪਤਾ, ਇੰਨਾ ਪਿਆਰ ਕਰਦੇ ਸੀ, ਉਹਨਾਂ ਬੱਚਿਆਂ ਦੇ ਮੰਗਰ ਪਾਲਦੇ ਸੀ। ਉਹ ਸਾਡਾ ਬੌਲਦ ਇੱਕ ਮਰ ਗਿਆ। ਜਿਸਲੇ ਮਰ ਗਿਆ ਤੇ ਅਸੀਂ ਛੋਟੇ ਛੋਟੇ ਸੀ, ਉਹ ਫਿਰ ਉਹਨੂੰ ਸਾਈਆਂ ਨੂੰ ਨਹੀਂ ਦਿੱਤਾ ਨਾ, ਹਾਂ ਉਹਨਾਂ ਨੂੰ ਨਹੀਂ ਦਿੱਤਾ। ਤੇ ਉਹਦੇ ਉੱਤੇ ਖੇਸ ਪਾ ਕੇ ਕੋਲ ਟੋਇਆ ਕੱਢ ਕੇ ਪਿੱਛੇ ਘਰ ਦੇ, ਤੇ ਉਹ ਉਹਨੂੰ ਉੱਥੇ ਦੱਬਿਆ ਟੋਇਆ ਕੱਢ ਕੇ। ਐਦਾਂ ਘਰ ਵਾ, ਐਦਾਂ ਖੇਤ ਆ। ਜਾਨਵਰਾਂ ਨਾਲ ਵੀ ਇੰਨਾ ਪਿਆਰ ਸੀਗਾ। ਇੰਨਾ ਪਿਆਰ, ਹਾਂਜੀ। ਤੇ ਉਹ ਕਰਦੇ ਸੀਗੇ ਇੱਦਾਂ। ਫਿਰ ਮੇਰਾ ਇਸ ਚੌਂਕ 'ਚ ਮੈਂ ਅਸੀਂ ਰਹਿੰਦੇ ਸੀ, ਉਹ ਚੌਂਕ ਦੇ ਵਿੱਚ ਮੈਂ ਉੱਥੇ ਪੜ੍ਹਿਆ। ਮੈਂ ਕੁਰਾਨ ਪਾਕ ਉੱਥੇ ਪੜ੍ਹਿਆ। ਹਾਂਜੀ, ਪੜ੍ਹ ਕੇ ਹਟੀ ਸੀ ਹਾਲੇ ਤਾਂ ਇਹ ਉਜਾੜੇ ਪੈ ਗਿਆ। ਜੀ ਹਾਂ ਮਾਂ ਜੀ, ਤੁਸੀਂ ਦੱਸਦੇ ਵੀ ਚੱਕੀ ਵੀ ਅਸੀਂ ਆਪਣਾ ਇੱਥੋਂ ਚੱਕੀ, ਇਹਦਾ ਮਤਲਬ ਹਰ ਘਰ 'ਚ ਉਦੋਂ ਚੱਕੀ ਹੁੰਦੀ ਸੀਗੀ। ਆਟੇ ਉਦੋਂ ਚੱਕੀਆਂ ਨਹੀਂ ਪੀਂਦੇ ਹੋਣੇ। ਕੀ ਗਾਣਾ ਪੀਂਦੇ, ਮੇਰੀ ਵਾਲਦਾ ਆਟਾ ਵੀ ਚੱਕੀ ਨਾ ਪੀਣਾ, ਦਲੀਆ ਵੀ ਪੀਣਾ। ਹਾਂਜੀ, ਦੇਖ ਲਓ ਪੂਰੇ ਟੱਬਰ ਦਾ ਉਹ ਮੇਰੇ ਖਿਆਲ ਰੋਜ਼ ਹੀ ਰੋਜ਼ ਪੀਂਦੇ ਹੋਣੇ ਆਟਾ ਨਾ। ਹਾਂਜੀ ਹਾਂ, ਹਾਂਜੀ ਹਾਂਜੀ, ਬੜੀ ਮਿਹਨਤ ਫਿਰ ਚਰਖੇ ਕੱਤਣੇ। ਹਾਂਜੀ, ਨਹਾ ਦੁੱਧ ਰਿੜਕਣੇ, ਚੋਣੇ ਪਰਾਉਣੇ ਸਾਰਾ। ਹਾਂਜੀ, ਇੱਦਾਂ ਦੇ ਉੱਥੇ ਕੰਮ ਹੁੰਦੇ ਸੀ। ਅੱਛਾ, ਉਹ ਦੌਰ ਸੌਖਾ ਸੋਹਣਾ ਨਹੀਂ ਸੀ ਲੱਗਦਾ, ਸਾਦਗੀ ਸੀ ਹਰ ਚੀਜ਼। ਤੇ ਬੇਹੱਦ ਸੋਹਣਾ ਸੀ, ਸਾਦਗੀ ਸੀ। ਆਹ ਤਾਂ ਹੁਣ ਜਿਹੜਾ ਕੀ ਕਹਿੰਦੇ ਹੁੰਦੇ, ਲੋਕਾਂ 'ਚ ਇੰਨੀਆਂ ਖੁਣਸਾਂ ਕਰੋਧ ਵੀ ਹੈ ਨਹੀਂ ਸੀ। ਨਾ ਪਤਾ ਹੀ ਨਹੀਂ ਸੀ। ਇੰਨਾ ਪਿਆਰ ਉਹ ਰਾਹੀ ਸੀ ਸਾਡੇ ਨਾਲ ਦਾ, ਜਿਹੜੇ ਸਾਡੇ ਹਮਸਾਏ। ਤੇ ਉਹ ਅਸੀਂ ਜੱਟ ਵਾਂ। ਹਾਂਜੀ, ਸਾਰੀ ਜ਼ਿੰਦਗੀ ਇੰਨਾ ਮੈਂ ਦੇਖਿਆ ਪਿਆਰ, ਇੱਧਰ ਉੱਧਰ, ਜਿੱਦਾਂ ਭੈਣਾਂ ਭਰਾਵਾਂ ਤੋਂ ਵੀ ਵੱਧ ਹਮਦਰਦੀ। ਹਾਂਜੀ। ਅੱਛਾ, ਜਿੱਦਾਂ ਤੁਸੀਂ ਕਿਹਾ ਵੀ ਜੱਟ ਬਰਾਦਰੀ ਨਾਲ ਤਲਕ ਸੀ ਆਪਣਾ, ਤੇ ਹੁਣ ਸਿੱਖਾਂ ਵਿੱਚ ਵੀ ਜ਼ਿਆਦਾਤਰ ਜੱਟ ਹੀ ਆ। ਹਾਂਜੀ, ਤੇ ਉਹ ਮਾਨ ਜੱਟ ਵੀ ਹੈਗੇ ਆ। ਜਿੱਦਾਂ ਬੱਬੂ ਮਾਨ ਉਹ ਗਾਣੇ ਗਾਉਂਦਾ, ਜਿਹੜਾ ਮਾਨ ਜੱਟ ਬਥੇਰੇ ਆ। ਤੇ ਇਹ ਹੁਣ ਤੁਹਾਨੂੰ ਨਹੀਂ ਪਤਾ ਹੋਣਾ ਵੀ ਉਸ ਵਕਤ ਦੇ ਜਿਹੜੇ ਸਿੱਖ ਜੱਟ ਸੀ ਮੁਸਲਮਾਨਾਂ ਨਾਲ ਉਹਨਾਂ ਦਾ ਕਿੱਦਾਂ ਦਾ ਵਸੇਬ ਸੀ, ਕਿਉਂਕਿ ਤੁਹਾਡੇ ਏਰੀਏ 'ਚ ਨਹੀਂ ਹੈਗੇ ਸੀ, ਜਾਂ ਕੋਈ ਸੁਣੀ ਸੁਣਾਈ ਗੱਲ? ਨਹੀਂ ਨਾ, ਇੰਨੀ ਨਹੀਂ ਮੈਂ ਕਹਿ ਸਕਦੀ, ਜਦ ਮੈਨੂੰ ਪਤਾ ਨਹੀਂ। ਹਾਂਜੀ, ਜਿੰਨਾ ਪਤਾ। ਕੋਈ ਹੋਰ ਚੇਤੇ ਕਰੋ ਗੱਲ ਉਸ ਟਾਈਮ ਦੀ। ਬਸ ਆਪਣੇ ਖੂਹ ਦਾ, ਘਰ ਦਾ ਪਤਾ, ਹਾਜੀ ਸਾਹਿਬ ਦੇ ਮਹੱਲੇ ਦਾ ਪਤਾ। ਇਹਨਾਂ ਵੱਲ ਵੀ ਕਦੀ ਕਦੀ ਜਾਂਦੇ ਸੀਗੇ। ਇਹ ਸਾਡੇ ਵੱਲ ਤਾਂ ਆਉਂਦੇ ਹੀ ਰਹਿੰਦੇ ਸੀਗੇ। ਮੇਰੀ ਫੁੱਫੀ ਸੀ ਮੇਰੀ, ਉਹ ਇਹ ਛੋਟਿਆਂ ਤੁਹਾਡਾ ਫਿਰ ਬਾਕੀ ਵਿਆਹ ਵਾਲਾ ਸਿਲਸਿਲਾ ਤਾਂ ਪਾਕਿਸਤਾਨ ਆ ਕੇ ਹੋਇਆ ਹੋਣਾ। ਮੇਰੀ ਵੱਡੀ ਭੈਣ ਦਾ, ਸਾਡਾ ਅਸੀਂ ਛੋਟੇ ਸੀ, ਇਹ 15 ਸਾਲ ਦੇ ਸੀ। ਹਾਂਜੀ, ਇਹਨਾਂ ਨੇ ਫਿਰ ਆ ਕੇ 10। ਇਹਨਾਂ ਨਾਲ ਆਪਣੀ ਕੋਈ ਰਿਸ਼ਤੇਦਾਰੀ ਪਹਿਲੇ ਹੈਗੀ ਸੀ? ਹਾਂਜੀ, ਮੇਰੇ ਸਕੇ ਫੁੱਫੀ ਦੇ, ਹਾਂ ਸਕੀ ਫੁੱਫੀ ਦੀ ਬੇਟੀ ਦੇ ਆ ਇਹ ਬੇਟੇ। ਹਾਂਜੀ। ਮਾਂ ਜੀ, ਕਿੱਦਾਂ ਆਪਣਾ ਉਹ ਹੁਣ ਯਾਦ ਨਹੀਂ ਆਉਂਦਾ ਕਦੇ? ਮੇਰੀ ਭੈਣ ਦੀ ਸ਼ਾਦੀ ਹੋਈ, ਉਹ ਮੈਂ ਦੇਖੀ ਸੀ। ਉਹਦਾ ਬੱਚਾ ਜਿਹੜਾ 5 ਦਿਨਾਂ ਦਾ ਸੀ, ਤੇ ਮੇਰੀ ਵਾਲਦਾ ਦੀ ਬੇਟੀ ਨਾ, ਉਹਨੂੰ ਬੇਟੀ ਸੀ, ਇਹਦੇ ਬੇਟਿਆ ਸੀਗਾ। 5 ਦਿਨ ਦੇ ਸੀਗੇ, ਤੇ ਜਿੱਦਣ ਸਫ਼ਰ ਪੈ ਗਿਆ। ਹਾਂਜੀ। ਮਾਂ ਜੀ, ਤੁਹਾਨੂੰ ਉੱਥੇ ਕਦੇ ਹੁਣ ਯਾਦ ਨਹੀਂ ਆਇਆ ਆਪਣਾ ਜਿਹੜਾ ਖੂਹ ਸੀ, ਡੇਰਾ ਸੀ, ਪਿੰਡ ਸੀ, ਘਰ ਸੀ? ਸਾਰਾ ਕੁਝ ਯਾਦ ਆ। ਹਾਂਜੀ ਹਾਂਜੀ, ਖਾਬ ਆਉਂਦੇ ਹੋਣੇ। ਬੜੇ ਤਰਲੇ ਕਰਦੇ ਰਹੇ ਆ ਮੁਹੰਮਦ ਨਸੀਰ ਦੇ, ਮੇਰੇ ਬੇਟੇ ਦੇ। ਇੱਥੇ ਸਾਨੂੰ ਵੀਜ਼ਾ ਮਿਲਿਆ ਆ, ਹਾਜੀ ਸਾਹਿਬ ਆ, ਸੁਣ ਕੇ ਡਰ ਜਾਂਦੇ। ਉਹਨਾਂ ਨੇ ਕਿਹਾ ਵੀ ਉੱਥੇ ਉਜਾੜਾ ਉੱਥੇ ਗੜਬੜ ਪਈ ਹੋਈ ਆ, ਤੇ ਨਾ ਜਾਈਓ, ਖਤਰਾ ਵਾ। ਇਹ ਰੁਕ ਗਿਆ, ਵੀਜ਼ਾ ਲੱਗਿਆ। ਮੁੜ ਕੇ ਇਹਨਾਂ ਦੀ ਬੜੀ ਹੁਣ ਤੱਕ ਤੜਪਾ, ਫਿਰ ਮੈਂ ਇੰਡੀਆ ਜਾਵਾਂ,
ਹਾਂਜੀ ਇਸ ਵੇਲੇ ਗੱਲਾਂ ਕਰਦੇ ਆ ਰਾਤ ਨੂੰ ਇਹਨਾਂ ਦੀਆਂ ਪਹੁੰਚਿਆ ਹੋਣਾ ਹਾਂ ਸਾਡਾ ਸਾਰਾ ਅੱਖਾਂ ਦੇ ਸਾਹਮਣੇ ਹਾਂਜੀ ਮਾਂ ਜੀ ਇੱਥੇ ਆਪਣੇ ਹੁਣ ਪਾਕਿਸਤਾਨ 'ਚ ਰਿਸ਼ਤੇਦਾਰੀਆਂ ਕਿੱਥੇ ਕਿੱਥੇ ਆ? ਇੱਕ ਵੀ ਨਹੀਂ ਸਾਰੇ ਆ ਗਏ ਨਾ ਨਾ ਇੱਥੇ ਪਾਕਿਸਤਾਨ 'ਚ ਆਪਣੀਆਂ ਰਿਸ਼ਤੇਦਾਰੀਆਂ ਕਿਹੜੇ ਕਿਹੜੇ ਸ਼ਹਿਰਾਂ ਪਿੰਡਾਂ 'ਚ? ਅੱਛਾ ਸਾਡੀ ਹੈਗੇ ਪਿੰਡੀ ਵੀ ਪਿੰਡੀ ਵੀ ਆ ਗੋਇਰੇ ਵੀ ਆ ਸ਼ੀਤਲਾ ਤੋਂ ਚਲੇ ਗਏ ਸ਼ਹਿਰੀ ਬੰਦੇ ਸੀ ਫਿਰ ਸ਼ੀਤਲਾ 'ਚ ਨਹੀਂ ਰਹੇ ਨਾਲੇ ਉਹਨਾਂ ਨੇ ਆਵਾਜ਼ ਮੁੜ ਕੇ ਫਿਰ ਛਾਣ ਪਾਉਣ ਜਿਸਲੇ ਕੀਤੀ ਉਹਨਾਂ ਨੇ ਆਵਾਜ਼ ਦਿੱਤੀ ਵੀ ਜਿਹੜੀ ਸ਼ਹਿਰਾਂ ਦੀ ਜ਼ਮੀਨ ਸੀ ਗਰਾਵਾਂ ਦੀ ਨਹੀਂ ਤਾਂ ਉਹਨਾਂ ਨੇ ਪੌਣ ਛਾਣ ਕੇ ਅਟਕੇ ਫਿਰ ਸਾਨੂੰ ਝੰਗ ਜ਼ਮੀਨ ਪਾਤੀ ਫਿਰ ਅਸੀਂ ਝੰਗੋਂ ਉੱਥੋਂ ਸਾਰਾ ਕੁਝ ਛੱਡ ਗਏ ਸਾਡੇ ਰਾਈ ਬਰਾਦਰੀ ਵੀ ਅਸੀਂ ਵੀ ਹਾਂਜੀ ਉਹਨਾਂ ਦਾ ਨਹੀਂ ਫਿਰ ਪਤਾ ਕਿੱਥੇ ਮੈਨੂੰ ਅਸੀਂ ਫੈਸਲਾਬਾਦ ਆ ਗਏ ਝੰਗ ਜਿਹੜੀ ਜ਼ਮੀਨ ਪਈ ਤੇ ਉਹਨਾਂ ਨੇ ਮੇਰੇ ਵਾਲਦ ਨੇ ਮਗਰੋਂ ਆਪਣੇ ਭਾਈਆਂ ਨੇ ਆਪ ਨੇ ਕੀਤੀ ਵੀ ਖਿਲਾਰਾ ਕੀ ਪਾਉਣਾ ਉਹਨਾਂ ਨੇ ਦੇ ਦਿੱਤੀ ਆ ਨਾ ਆਪ ਪਹਿਲੋਂ ਕੀਤੀ ਆ ਸਬਜ਼ੀਆਂ ਲਗਵਾਉਂਦੇ ਉਹ ਉੱਥੇ ਚੋਰੀ ਬਹੁਤ ਹੁੰਦੀ ਸੀ ਲੈ ਜਾਂਦੇ ਸੀ ਲੋਕੀ ਬਾਹਰ ਬਹਿਣ ਗਏ ਰਾਤਾਂ ਨੂੰ ਲੈ ਜਾਣੀ ਮੇਰੇ ਵੱਡੇ ਭਾਈ ਨੇ ਰਾਖੀ ਕਰਨੀ ਹਾਂਜੀ ਉਹਨਾਂ ਨੇ ਰਾਖੀ ਕਰਨੀ ਤਾਂ ਕਹਿਣਾ ਵੀ ਨਹੀਂ ਇਹਨੂੰ ਜਾਂ ਤਾਂ ਵਾਰੀ ਨਾ ਰਵੋ ਜੇ ਨਹੀਂ ਵਾਰੀ ਨਾ ਰਹਿਣਾ ਇਹ ਦੋ ਜਿਹੜੇ ਸੀਗੇ ਇੱਕ ਛੋਟਾ ਸੀ ਇੱਕ ਵੱਡਾ ਸੀ ਮੇਰੇ ਤੋਂ ਤਾਂ ਇਹਨੇ ਕਿਹਾ ਵੀ ਨਹੀਂ ਮੈਂ ਕੰਮ ਦੁਕਾਨ ਦਾ ਹੀ ਕਰਦਾ ਮੈਂ ਇਹੀ ਕਰਨਾ ਉਹਨੇ ਕਿਹਾ ਫਿਰ ਵੇਚ ਲਵੋ ਹਾਂਜੀ ਉਹਨੇ ਕਿਹਾ ਵੇਚ ਲਵੋ ਅਜੇ ਰੱਖਣੀ ਨਹੀਂ ਗੀ ਕਰਨੀ ਨਹੀਂ ਗੀ ਤਾਂ ਇਹਨੂੰ ਵੇਚ ਕੇ ਜੀ ਆ ਤੇ ਉੱਥੇ ਰਹਿਣ ਤੋਂ ਬਗੈਰ ਰਹਿੰਦੀ ਨਹੀਂ ਸੀ ਠੇਕੇ ਉਹ ਲੋਕ ਜਿਹੜਾ ਜੋ ਕਿਹੜੇ ਕਿਸੇ ਵੀ ਏਰੀਆ 'ਚ ਜੋ ਤੁਸੀਂ ਜਾਂਦੇ ਆ ਨਾ ਉੱਪਰੇ ਬੰਦੇ ਉਹ ਮਕਾਮੀ ਲੋਕ ਉਹਨਾਂ ਨੂੰ ਐਡੀ ਛੇਤੀ ਐਕਸੈਪਟ ਨਹੀਂ ਕਰਦੇ ਹੈਗੇ ਉਹਨਾਂ ਦੀ ਕੋਸ਼ਿਸ਼ ਹੁੰਦੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਨੱਸ ਭਾਜੀ ਜਾਣ ਤੰਗੀਆਂ ਤੁੰਗੀਆਂ ਦੇ ਹਾਂਜੀ ਤੇ ਉਹ ਫਿਰ ਤੇ ਇਸ ਵੇਲੇ ਕਰੋੜਾਂ ਦੀ ਆ ਉਹ ਜ਼ਮੀਨ ਹਾਂਜੀ ਹਾਂਜੀ ਤੇ ਉਸ ਵੇਲੇ ਹਜ਼ਾਰਾਂ 'ਚ ਵੇਚ ਕੇ ਤੇ ਇਹਨਾਂ ਨੇ ਆਪਣੇ ਸਾਨੂੰ ਭੈਣਾਂ ਨੂੰ ਅਸੀਂ 5 ਭੈਣਾਂ ਸੀ ਤੇ 5 ਭੈਣਾਂ ਨੂੰ ਹਿੱਸੇ ਦੇ ਦਿੱਤੇ ਆਪਣੇ ਵੰਡ ਲੈ ਜ਼ਮੀਨ ਦਾ ਪੈਸੇ ਇਹਦੀਆਂ ਬੱਚੀਆਂ ਸੀ 2 ਵੱਡੀਆਂ ਜਵਾਨਾਂ ਇਹਨੇ ਸ਼ਾਦੀ ਕਰ ਦਿੱਤੀ ਹਾਂਜੀ ਬੱਚੀਆਂ ਦੀ ਅੰਮਾ ਜੀ ਉਹਨਾਂ ਦੀ ਗੱਲਬਾਤ ਸੁਣੀ ਹੈ ਜੀ ਤੁਸੀਂ ਲੋਬੇ ਲਬਾਬ ਇਹ ਨਿਕਲਿਆ ਜੀ ਜਿਹੜੀ ਵੀ ਉਮਰ ਦੇ ਹਿੱਸੇ 'ਚ ਪਹੁੰਚ ਜਾਣ ਉਹ ਜਿੱਥੇ ਜੜ੍ਹਾਂ ਲੱਗੀਆਂ ਹੋਈਆਂ ਉਹ ਆਪਣਾ ਪਿੰਡ ਉਹ ਥਾਂ ਨਹੀਂ ਭੁੱਲਦਾ ਹੈਗਾ ਤੇ ਅੱਜ ਵੀ ਦੇਖਣ ਨੂੰ ਦਿਲ ਕਰਦਾ ਰਾਤ ਨੂੰ ਕਹਿੰਦੇ ਜਦੋਂ ਅੱਖਾਂ ਬੰਦ ਹੁੰਦੀਆਂ ਤੇ ਖਾਬਾਂ ਦੇ ਵਿੱਚ ਉਹੀ ਜਗ੍ਹਾ ਆਉਂਦੀ ਹੈ ਦੋਵਾਂ ਗੌਰਮੈਂਟਾਂ ਅੱਗੇ ਸਾਡੀ ਅਪੀਲ ਆ ਜੀ ਕਿ ਜਿਹੜੇ ਸਿਆਣੇ ਸਾਡੇ ਬਜ਼ੁਰਗ ਆ ਸੀਨੀਅਰ ਸਿਟੀਜ਼ਨ ਕਮ ਅਜ਼ ਕਮ ਜਿਹੜੇ 60 ਸਾਲ ਤੋਂ ਉੱਪਰ ਦੀ ਉਮਰ ਦੇ ਆ ਇਹਨਾਂ ਨੂੰ ਔਨ ਦੀ ਸਪਾਟ ਜਿਹੜਾ ਨਾ ਵੀਜ਼ਾ ਮਿਲਣਾ ਚਾਹੀਦਾ ਔਨ ਅਰਾਈਵਲ ਵੀਜ਼ਾ ਮਿਲਣਾ ਚਾਹੀਦਾ ਤਾਂ ਕਿ ਇਹ ਆਪਣੇ ਉਮਰ ਦੇ ਇਸ ਹਿੱਸੇ ਵਿੱਚ ਅਗਰ ਇਹਨਾਂ ਦਾ ਦਿਲ ਕਰਦਾ ਆ ਅਫੋਰਡ ਕਰ ਸਕਦੇ ਤੇ ਇਹਨਾਂ ਨੂੰ ਆਪਣਾ ਇਲਾਕਾ ਆਪਣਾ ਪਿੰਡ ਜਾ ਕੇ ਦੇਖਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਜੀ ਇਨਸ਼ਾਅੱਲਾ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਨਵੇਂ ਬਜ਼ੁਰਗਾਂ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ ਰੱਬ ਰਾਖਾ